ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਇੱਥੇ ਜਿੱਥੇ ਗੁਰੂ ਜੀ ਨੇ ਡੇਰਾ ਕੀਤਾ ਸੀ, ਇਹ ਪਿੰਡ ਮੱਖੋਵਾਲ ਦੀ ਜ਼ਮੀਨ ਰਾਜਾ ਬਿਲਾਸਪੁਰੀਏ ਦੀ ਮਾਲਕੀਅਤ ਸੀ। ਕੁਛ ਦਿਨ ਇੱਥੇ ਨਿਵਾਸ ਕਰਕੇ ਜਦ ਗੁਰੂ ਜੀ ਨੇ ਵੇਖਿਆ ਕਿ ਇੱਥੇ ਕਿਸੇ ਸ਼ਰੀਕ ਭਾਈ ਦੀ ਛੇੜਛਾੜ ਦਾ ਕੋਈ ਡਰ ਨਹੀਂ ਹੈ, ਤਾਂ ਆਪ ਜੀ ਨੇ ਆਪਣੇ ਮੁਖੀ ਸਿੱਖਾਂ ਨੂੰ ਬਿਲਾਸਪੁਰ ਦੇ ਰਾਜੇ ਭੀਮ ਚੰਦ ਪਾਸ ਭੇਜਿਆ ਕਿ ਸਾਨੂੰ ਆਪਣੇ ਸੁਤੰਤਰ ਨਿਵਾਸ ਵਾਸਤੇ ਇਹ ਜ਼ਮੀਨ ਮੁੱਲ ਦੇ ਦਿਓ। ਰਾਜੇ ਨੇ ਗੁਰੂ ਜੀ ਦੀ ਇਹ ਗੱਲ ਮੰਨ ਲਈ ਅਤੇ ਕੁਛ ਰਕਮ ਲੈ ਕੇ ਜ਼ਮੀਨ ਦਾ ਪੱਟਾ ਗੁਰੂ ਜੀ ਦੇ ਨਾਮ ਲਿਖ ਦਿੱਤਾ। ਉਪਰੰਤ ਗੁਰੂ ਜੀ ਨੇ ਨਿਵਾਸ ਵਾਸਤੇ ਕੋਠੇ ਤਿਆਰ ਕਰਵਾ ਕੇ ਹੋਰ ਕਿਰਤੀਆਂ ਨੂੰ ਵੀ ਆਪਣਾ ਕੰਮ-ਕਾਜ ਕਰਨ ਵਾਸਤੇ ਉੱਥੇ ਵਸਾ ਦਿੱਤਾ। ਈਰਖਾ ਦਵੇਸ਼ 'ਚੋਂ ਨਿਕਲ ਕੇ ਇੱਥੇ ਆਨੰਦ ਦਾ ਵਾਤਾਵਰਨ ਵੇਖ ਕੇ ਗੁਰੂ ਜੀ ਨੇ ਆਪਣੀ ਇਸ ਵਸੋਂ ਦਾ ਨਾਮ ਆਨੰਦਪੁਰ ਰੱਖਿਆ। ਹਰ ਰੋਜ਼ ਸ਼ਬਦ ਕੀਰਤਨ, ਸਤਨਾਮ ਦਾ ਉਪਦੇਸ਼ ਅਤੇ ਗੁਰੂ ਕਾ ਖੁੱਲ੍ਹਾ ਲੰਗਰ ਚੱਲਦਾ ਵੇਖ ਕੇ ਇਹ ਆਨੰਦਪੁਰ ਨਾਮ ਸਭ ਨੇ ਪਸੰਦ ਕੀਤਾ। ਇਸ ਨਗਰ ਦੀ ਨੀਂਹ ਗੁਰੂ ਜੀ ਨੇ 26 ਅੱਸੂ ਸੰਮਤ 1721 ਬਿਕਰਮੀ ਨੂੰ ਰੱਖੀ। ਇਸ ਸਥਾਨ ਦੇ ਪਾਸ ਹੀ ਰਾਖਸ਼ ਬੁੱਧੀ ਇੱਕ ਡਾਕੂ ਰਹਿੰਦਾ ਸੀ ਜੋ ਮੱਖੋ ਦੈਂਤ ਕਰਕੇ ਪ੍ਰਸਿੱਧ ਸੀ। ਇਸ ਦੇ ਹੱਥੋਂ ਇੱਥੋਂ ਦੇ ਆਸ-ਪਾਸ ਦੇ ਵਸਨੀਕ ਬਹੁਤ ਦੁਖੀ ਸਨ। ਇਸ ਨੇ ਗੁਰੂ ਜੀ ਦਾ ਪ੍ਰਭਾਵ ਅਤੇ ਸਿੱਖ ਸੰਗਤਾਂ ਦਾ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਵੇਖਿਆ ਤਾਂ ਇਲਾਕਾ ਛੱਡ ਗਿਆ। ਇੱਕ ਦਿਨ ਰੋਪੜ ਦੇ ਰਹਿਣ ਵਾਲਾ ਇੱਕ ਪੀਰ ਆਪਣੇ ਮੁਰੀਦਾਂ ਤੋਂ ਕਾਰ ਭੇਟ ਲੈਂਦਾ ਹੋਇਆ ਆਨੰਦਪੁਰ ਆਇਆ। ਗੁਰੂ ਜੀ ਦੇ ਦਰਬਾਰ ਦੀ ਮਹਿਮਾ, ਸੰਗਤਾਂ ਦੀ ਆਵਾਜਾਈ ਅਤੇ ਲੰਗਰ ਚੱਲਦਾ ਵੇਖ ਕੇ ਬੜਾ ਪ੍ਰਭਾਵਿਤ ਹੋਇਆ। ਉਸਨੇ ਸਿੱਖ ਨੂੰ ਪੁੱਛਿਆ, ਇਹ ਕਿਸ ਗੱਦੀ ਦੇ ਗੁਰੂ ਹਨ? ਸਿੱਖ ਨੇ ਕਿਹਾ, ਇਹ ਇਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ 9ਵੇਂ ਥਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ। ਪੀਰ ਨੇ ਕਿਹਾ, ਬਾਬਾ ਨਾਨਕ ਤਾਂ ਬੜਾ ਵਲੀ ਪੁਰਖ ਹੋਇਆ ਹੈ। ਜੇਕਰ ਇਹ ਉਹਨਾਂ ਦੀ ਗੱਦੀ ਉੱਤੇ ਹਨ ਤਾਂ ਇਹਨਾਂ ਵਿੱਚ ਸ਼ਕਤੀ ਹੋਣੀ ਚਾਹੀਦੀ ਹੈ। ਸਿੱਖ ਨੇ ਕਿਹਾ, ਗੁਰੂ ਜੀ ਪੂਰਨ ਸ਼ਕਤੀ ਦੇ ਮਾਲਕ ਅਤੇ ਵੈਰਾਗ ਦੇ ਪੁੰਜ ਹਨ। ਪੀਰ ਨੇ ਕਿਹਾ, ਗ੍ਰਸਤੀ ਹਨ ਕਿ ਫਕੀਰ? ਸਿੱਖ ਨੇ ਕਿਹਾ, ਗੁਰੂ ਜੀ ਗ੍ਰਸਤੀ ਹਨ। ਗੁਰੂ ਨਾਨਕ ਸਾਹਿਬ ਵੀ ਗ੍ਰਸਤੀ ਸਨ। ਪੀਰ ਨੇ ਕਿਹਾ, ਵੈਰਾਗਵਾਨ ਗੁਰੂ ਪੀਰ ਹੋ ਕੇ ਫਿਰ ਇਹ ਗ੍ਰਸਤ ਦਾ ਅਡੰਬਰ ਕਿਉਂ? ਉਪਰੰਤ ਪੀਰ ਨੇ ਗੁਰੂ ਜੀ ਦੇ ਦਰਸ਼ਨ ਕਰਕੇ ਜਦ ਇਹੀ ਸਵਾਲ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ਸਾਈਂ ਲੋਕੋ, ਗ੍ਰਸਤ ਸਭ ਧਰਮਾਂ ਤੋਂ ਉੱਚਾ ਹੈ, ਜੋ ਸਾਰੇ ਪੀਰਾਂ ਫਕੀਰਾਂ ਰਿਖੀਆਂ ਮੁਨੀਆਂ ਨੂੰ ਪੈਦਾ ਕਰਦਾ ਹੈ। ਫਿਰ ਸਾਰਿਆਂ ਦੀ ਗੁਜਰਾਨ ਦਾ ਆਸਰਾ ਰਹਿੰਦਾ ਹੈ। ਜੋ ਪੁਰਸ਼ ਗ੍ਰਸਤ ਧਰਮ ਵਿੱਚ ਉਤਰਦੇ ਹਨ ਉਹਨਾਂ ਨੂੰ ਅੰਤ ਸਮੇਂ ਮੁਕਤੀ ਪ੍ਰਾਪਤ ਹੁੰਦੀ ਹੈ। ਗ੍ਰਸਤ ਦਾ ਧਰਮ ਹੈ ਅਤਿਥੀ ਦੀ ਸੇਵਾ ਕਰਨੀ ਅਤੇ ਆਪਣੀ ਨੇਕ ਕਮਾਈ ਵਿੱਚੋਂ ਪੁੰਨਦਾਨ ਕਰਨਾ। ਐਸਾ ਗ੍ਰਹਸਤੀ ਪਰਮ ਸੁਖ ਪ੍ਰਾਪਤ ਕਰਦਾ ਹੈ। ਗੁਰੂ ਜੀ ਤੋਂ ਇਹ ਗੱਲ ਸੁਣ ਕੇ ਪੀਰ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਮੈਨੂੰ ਹੁਣ ਇਸ ਗੱਲ ਦੀ ਸਮਝ ਆ ਗਈ ਹੈ ਕਿ ਗ੍ਰਸਤ ਧਰਮ ਪੁਰਸ਼ ਦਾ ਮੁੱਖ ਉਦੇਸ਼ ਹੈ। ਇਸ ਨੂੰ ਬੁਰਾ ਸਮਝਣਾ ਇੱਕ ਵੱਡੀ ਭੁੱਲ ਹੈ। ਗੁਰੂ ਜੀ ਭਾਵੇਂ ਸਭ ਈਰਖਾਵਾਦੀਆਂ ਤੋਂ ਦੂਰ ਜਾ ਟਿਕੇ ਸਨ, ਪਰ ਫਿਰ ਵੀ ਧੀਰਮਲ ਜੀ ਅਤੇ ਰਾਮ ਰਾਏ ਜੀ ਗੁਰਗੱਦੀ ਦੀ ਪ੍ਰਾਪਤੀ ਵਾਸਤੇ ਦਿੱਲੀ ਦੇ ਹਾਕਮਾਂ ਨਾਲ ਗੋਂਦਾਂ ਗੁੰਦਦੇ ਰਹਿੰਦੇ ਸਨ। ਜਦ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹਨਾਂ ਗੁਰਗੱਦੀ ਦੇ ਲਾਲਚੀਆਂ ਦੇ ਮਨ ਵਿੱਚੋਂ ਅਜੇ ਈਰਖਾ ਦੀ ਅੱਗ ਨਹੀਂ ਬੁੱਝੀ, ਤਾਂ ਆਪ ਜੀ ਨੇ ਤੀਰਥ ਯਾਤਰਾ ਕਰਨ ਦੀ ਵਿਚਾਰ ਬਣਾ ਲਈ। ਆਪ ਜੀ ਨੇ ਵਿਚਾਰਿਆ ਕਿ ਇਸ ਯਾਤਰਾ ਨਾਲ ਇੱਕ ਤਾਂ ਤੀਰਥਾਂ ਦਾ ਇਸ਼ਨਾਨ ਕਰਕੇ ਅਤੇ ਗੁਰੂ ਘਰ ਦਾ ਪ੍ਰਚਾਰ ਕਰਨ ਦਾ ਅਵਸਰ ਮਿਲ ਜਾਏਗਾ। ਦੂਸਰੇ, ਇਹਨਾਂ ਸ਼ਰੀਕਾਂ ਤੋਂ ਦੂਰ ਚਲੇ ਜਾਣ ਨਾਲ ਇਹ ਸੁੱਖ ਪ੍ਰਤੀਤ ਕਰਨਗੇ। ਇਸ ਕਰਕੇ ਕੁਝ ਸਮੇਂ ਵਾਸਤੇ ਇੱਥੋਂ ਚਲੇ ਜਾਣਾ ਹੀ ਚੰਗਾ ਹੈ। ਇਹ ਵਿਚਾਰ ਮਾਤਾ ਜੀ, ਮਾਮਾ ਕਿਰਪਾਲ ਜੀ ਅਤੇ ਹੋਰ ਸਿੱਖਾਂ ਨਾਲ ਕਰਕੇ ਆਪ ਜੀ ਨੇ ਪਿੱਛੇ ਦੇ ਕਾਰ ਵਿਹਾਰ ਵਾਸਤੇ ਭਾਗਮਲ ਆਦਿ ਸਿੱਖਾਂ ਨੂੰ ਸੌਂਪ ਕਰਕੇ ਤੁਰਨ ਦੀ ਤਿਆਰੀ ਕਰ ਲਈ। ਮਾਤਾ ਨਾਨਕੀ ਜੀ
ਸ਼੍ਰੀ ਮਹਿਲ ਗੁਜਰੀ ਜੀ, ਇਹਨਾਂ ਦਾ ਭਾਈ ਕਿਰਪਾਲ ਚੰਦ ਜੀ ਅਤੇ ਕੁਝ ਹੋਰ ਅਤੀ ਸ਼ਰਧਾਲੂ ਸਿੱਖਾਂ ਨੂੰ ਨਾਲ ਲੈ ਕੇ ਅਨੰਦਪੁਰ ਤੋਂ 2 ਕੋਹ 'ਤੇ ਜਾ ਡੇਰਾ ਕੀਤਾ। ਇੱਥੇ ਰਾਤ ਵਿਸ਼ਰਾਮ ਕਰਕੇ ਅੱਗੇ ਚੱਲ ਪਏ ਅਤੇ ਰੋਪੜ ਲੰਘ ਕੇ ਮੁੱਲੋਵਾਲ ਦਾ ਵਿਸ਼ਰਾਮ ਕੀਤਾ। ਪਿੰਡ ਮੁੱਲੋਵਾਲ ਆਪ ਜੀ ਦੀ ਮਈਆ ਤੇ ਗੋਂਦੇ ਨੇ ਕਾਫੀ ਸੇਵਾ ਕੀਤੀ। ਮਹਾਰਾਜ ਆਪਣੇ ਪੀਣ ਲਈ ਪਾਣੀ ਮੰਗਵਾਇਆ ਤਾਂ ਉਹ ਬਹੁਤ ਖਾਰਾ ਸੀ। ਆਪ ਨੇ ਪੁੱਛਿਆ, ਇੱਥੇ ਕੋਈ ਖੂਹ ਮਿੱਠੇ ਪਾਣੀ ਦਾ ਨਹੀਂ ਹੈ? ਤਦ ਮਈਏ ਨੇ ਕਿਹਾ, ਮਹਾਰਾਜ ਮਿੱਠੇ ਪਾਣੀ ਦਾ ਖੂਹ ਪਿੰਡ ਤੋਂ ਬਹੁਤ ਦੂਰ ਹੈ, ਜੇ ਹੁਕਮ ਕਰੋ ਤਾਂ ਉੱਥੋਂ ਪਾਣੀ ਲਿਆਵਾਂ। ਆਪ ਨੇ ਬਚਨ ਕੀਤਾ, ਜਾਓ, ਵਾਹਿਗੁਰੂ ਆ ਕੇ ਇੱਥੋਂ ਹੀ ਸਾਡੇ ਪੀਣ ਵਾਸਤੇ ਜਲ ਲੈ ਆਓ, ਇਹੀ ਮਿੱਠਾ ਹੋ ਜਾਏਗਾ। ਗੁਰੂ ਜੀ ਦਾ ਬਚਨ ਮੰਨ ਕੇ ਗੋਂਦਾ ਜਦ ਪਾਣੀ ਲਿਆਇਆ ਤਾਂ ਉਸ ਨੂੰ ਛਕ ਕੇ ਆਪ ਜੀ ਨੇ ਕਿਹਾ, ਇਹ ਜਲ ਬਹੁਤ ਠੰਡਾ ਤੇ ਮਿੱਠਾ ਹੈ, ਅੱਜ ਤੋਂ ਇਹ ਖੂਹ ਗੁਰੂ ਕਾ ਅਖਵਾਏਗਾ। ਜਦ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਦੇ ਬਚਨਾਂ ਨਾਲ ਖਾਰੇ ਖੂਹ ਦਾ ਪਾਣੀ ਮਿੱਠਾ ਹੋ ਗਿਆ ਹੈ ਤਾਂ ਸਭ ਸੰਗਤਾਂ ਨੇ ਸ਼ਰਧਾ ਨਾਲ ਭੇਟਾ ਲੈ ਕੇ ਆਪ ਜੀ ਦੇ ਦਰਸ਼ਨਾਂ ਨੂੰ ਆਈਆਂ। ਇੱਥੇ ਆਪ ਦੇ 2 ਦਿਨ ਵਿਸ਼ਰਾਮ ਕੀਤਾ ਅਤੇ ਮਈਏ ਦੇ ਪ੍ਰੇਮ ਤੇ ਸ਼ਰਧਾ ਤੇ ਖੁਸ਼ ਹੋ ਕੇ ਉਸ ਨੂੰ ਪਿੰਡ ਦੀ ਚੌਧਰਤਾ ਦਾ ਵਰਦਾਨ ਬਖਸ਼ ਦਿੱਤਾ। ਮੁੱਲੋਵਾਲ ਤੋਂ ਚੱਲ ਕੇ ਗੁਰੂ ਜੀ ਨੇ ਸੇਖੋਂ ਪਿੰਡ ਤੋਂ ਬਾਹਰ ਬ੍ਰਿਛਾਂ ਦੀ ਛਾਂ ਹੇਠ ਜਲ ਦੇ ਕਿਨਾਰੇ ਜਾ ਡੇਰਾ ਕੀਤਾ। ਇਸ ਦਾ ਚੌਧਰੀ ਤਿਲੋਕਾ ਇੱਕ ਬੈਰਾਗੀ ਦਾ ਚੇਲਾ ਸੀ। ਉਸ ਨੇ ਆਪਣੇ ਗੁਰੂ ਨੂੰ ਪੁੱਛਿਆ ਕਿ ਮੈਂ ਇਹਨਾਂ ਦੇ ਦਰਸ਼ਨ ਕਰਨ ਜਾਵਾਂ ਕਿ ਨਾ। ਬੈਰਾਗੀ ਨੇ ਸੋਚਿਆ ਕਿ ਗੁਰੂ ਜੀ ਬੜੀ ਮਹਿਮਾ ਵਾਲੇ ਹਨ, ਜੇਕਰ ਇਹ ਉਹਨਾਂ ਪਾਸ ਗਿਆ ਤਾਂ ਫਿਰ ਐਸਾ ਨਾ ਹੋਵੇ ਕਿ ਇਹਨਾਂ ਦਾ ਹੀ ਸਿੱਖ ਬਣ ਜਾਵੇ, ਫਿਰ ਇਸ ਨੂੰ ਵੇਖ ਕੇ ਮੇਰੇ ਹੋਰ ਚੇਲੇ ਵੀ ਮੈਨੂੰ ਛੱਡ ਜਾਣਗੇ, ਇਸ ਲਈ ਇਸ ਨੂੰ ਉਹਨਾਂ ਪਾਸ ਨਹੀਂ ਜਾਣ ਦੇਣਾ ਚਾਹੀਦਾ। ਇਹ ਵਿਚਾਰ ਕਰਕੇ ਬੈਰਾਗੀ ਨੇ ਕਿਹਾ ਕਿ ਦੂਸਰੇ ਸਭ ਮੱਤ ਵਾਲਿਆਂ ਨੂੰ ਮਿਲਣਾ ਠੀਕ ਨਹੀਂ ਹੈ, ਤੂੰ ਉਹਨਾਂ ਨੂੰ ਮਿਲਣ ਨਾ ਜਾਵੀਂ। ਦੂਜੇ ਦਿਨ ਕੁਝ ਆਦਮੀ ਗੁਰੂ ਜੀ ਪਾਸ ਬੈਠੇ ਸਨ ਕਿ ਅਚਨਚੇਤ ਇੱਕ ਦਿਨ ਚੌਧਰੀ ਤਿਲੋਕਾ ਜਵੰਦਾ ਵੀ ਉੱਧਰ ਚਲਿਆ ਗਿਆ, ਪਰ ਗੁਰੂ ਜੀ ਨੂੰ ਬੈਠੇ ਵੇਖ ਕੇ ਪਿੱਛੇ ਨੂੰ ਮੁੜ ਗਿਆ। ਆਪ ਨੇ ਪੁੱਛਿਆ, ਇਹ ਕੌਣ ਸੀ ਜਿਹੜਾ ਸਾਨੂੰ ਵੇਖ ਕੇ ਝਟਪਟ ਹੀ ਪਿੱਛੇ ਨੂੰ ਪਰਤ ਗਿਆ ਹੈ? ਪਿੰਡ ਵਾਲਿਆਂ ਨੇ ਦੱਸਿਆ, ਮਹਾਰਾਜ ਇਹ ਜਵੰਦਾ ਚੌਧਰੀ ਤਿਲੋਕਾ ਸੀ, ਇਹ 22 ਪਿੰਡਾਂ ਦਾ ਸਰਦਾਰ ਹੈ। ਆਪ ਨੇ ਉਸ ਨੂੰ ਬਹੁਤ ਹੰਕਾਰੀ ਵੇਖ ਕੇ ਬਚਨ ਕੀਤਾ, ਨਾ ਕੋਈ ਬਾਈਆ ਅਤੇ ਨਾ ਕੋਈ ਤੇਈਆ ਰਹੇਗਾ, ਨਾ ਇਹ ਸਰਦਾਰ ਰਹੇਗਾ ਅਤੇ ਨਾ ਇਸ ਪਾਸ ਸਰਦਾਰੀ ਰਹੇਗੀ। ਸੋ ਸਮਾਂ ਪਾ ਕੇ ਗੁਰੂ ਜੀ ਦਾ ਬਚਨ ਸੱਤ ਹੋਇਆ ਤੇ ਲੋਕੇ ਚੌਧਰੀ ਦਾ ਸਭ ਚੌਧਰਪੁਣਾ ਜਾਂਦਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਹੋਰ ਨਵੀਆਂ ਵੀਡੀਓਜ਼ ਦੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।